Good morning, student. Today we will read the sixth chapter of intensive study. The name of the chapter, The Earth is Not Ours. This chapter is written by Kofi Annan. स्टूडेंट इस चैप्टर ਦੇ ਵਿੱਚ ਕਾਫੀ ਅਨਨ ਨੇ ਕੀ ਕਿਹਾ ਹੈ ਦ ਅਰਥ ਇਜ਼ ਨਾਟ ਆਰਸ ਮਤਲਬ ਕਿ ਧਰਤੀ ਹੈ ਜਿਹੜੀ ਸਾਡੀ ਆਪਣੀ ਨਹੀਂ ਹੈ ਇਹ ਸਾਡੇ ਲਈ ਇੱਕ ਖਜ਼ਾਨਾ ਹੈ ਸਾਨੂੰ ਪ੍ਰਵਾਨ ਕੀਤਾ ਗਿਆ ਹੈ ਤਾਂ ਸਾਨੂੰ ਇਸ ਦੀ ਬਹੁਤ ਜ਼ਿਆਦਾ ਸੰਭਾਲ ਰੱਖਣੀ ਚਾਹੀਦੀ ਹੈ ਤਾਂ ਕਿ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹ ਕਹਿ ਸਕਦੇ ਹਾਂ ਕਿ ਪੂਰੀ ਅੱਛੀ ਆਪਣੀ ਜਿਹੜੀ ਜ਼ਿੰਦਗੀ ਹੈ ਉਹਨੂੰ ਸਰਵਾਈਵ ਕਰ ਸਕਣ ਤਾਂ ਇਸ ਦੇ ਵਿੱਚ ਗਲੋਬਲਾਈਜੇਸ਼ਨ ਬਾਰੇ ਦੱਸਿਆ ਹੈ ਕਾਫੀ ਅਨਨ ਨੇ ਗਲੋਬਲਾਈਜੇਸ਼ਨ ਕੀ ਆ ਇਸ ਦੇ ਐਡਵਾਂਟੇਜਸ ਡਿਸਐਡਵਾਂਟੇਜਸ ਅਤੇ ਜਿਹੜੇ ਕਹਿ ਸਕਦੇ ਹਾਂ ਕਿ ਸਾਡੀ ਜਿਹੜੀ ਪੋਲੀਟਿਕਸ ਆ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਅਸੀਂ ਆਪਣੇ ਇਨਵਾਇਰਮੈਂਟ ਨੂੰ ਕਿਸ ਤਰ੍ਹਾਂ ਸਹੀ ਰੂਪ ਦੇ ਵਿੱਚ ਰੱਖ ਸਕਦੇ ਹਾਂ ਠੀਕ ਆ ਤਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਆ ਉਹ ਆਪਣੀ ਜ਼ਿੰਦਗੀ ਸਹੀ ਰੂਪ ਦੇ ਵਿੱਚ ਗੁਜ਼ਾਰ ਸਕੇ ਸੋ ਸਟੂਡੈਂਟ ਲਿਸਨ ਐਂਡ ਵਾਚ ਇਟ very carefully. This chapter contains the speech delivered by Kofi Annan, the General Secretary of UNO at the 55th session of General Assembly in 2000. ਇਹ ਚੈਪਟਰ ਦੇ ਵਿੱਚ ਸਪੀਚ ਹੈ ਜਿਹੜੀ ਉਹ ਡਿਲੀਵਰ ਕੀਤੀ ਗਈ ਆ ਕਾਫੀ ਅਨਨ ਦੇ ਦੁਆਰਾ ਜਿਹੜਾ ਕਿ ਜਨਰਲ ਸੈਕਟਰੀ ਸੀਗਾ ਆਫ UNO at the 5th session of General Assembly in 2000. He says that the world has made great progress in the communication and transport. ਤਾਂ ਰਾਈਟਰ ਕੀ ਕਹਿ ਰਿਹਾ ਹੈ ਕਿ ਸਾਡੇ ਦੇਸ਼ ਨੇ ਕਾਫੀ ਜ਼ਿਆਦਾ ਤਰੱਕੀ ਕਰ ਰਹੀ ਹੈ ਸੰਚਾਰ ਦੇ ਮਾਧਿਅਮ ਦੇ ਵਿੱਚ ਅਤੇ ਟਰਾਂਸਪੋਰਟ ਮੀਨਸ ਆਵਾਜਾਈ ਦੇ ਰੂਪ ਦੇ ਵਿੱਚ ਐਜ਼ ਅ ਰਿਜ਼ਲਟ ਇਟ ਹੈਜ਼ ਬਿਕਮ ਗ੍ਰੇਟਲੀ ਇੰਟਰਕਨੈਕਟਡ ਤਾਂ ਰਿਜ਼ਲਟ ਦੇ ਰੂਪ ਦੇ ਵਿੱਚ ਕਾਫੀ ਸਾਨੂੰ ਇੰਟਰਕਨੈਕਟ ਜਾਪਦਾ ਹੈਗਾ ਇਹ ਪੀਪਲ ਕੈਨ ਇੰਟਰੈਕਟ ਵਿਦ ਵਨ ਅਨਦਰ ਫਰੀਲੀ ਅਕਰੋਸ ਬਾਰਡਰਸ ਕਹਿੰਦੇ ਲੋਕ ਆ ਜਿਹੜੇ ਹੁਣ ਇੱਕ ਦੂਜੇ ਨੂੰ ਬਹੁਤ ਹੀ ਫਰੀਲੀ ਰੂਪ ਦੇ ਵਿੱਚ ਮਿਲ ਸਕਦੇ ਹੈਗੇ ਬਾਰਡਰ ਨੂੰ ਕ੍ਰੋਸ ਕਰਕੇ ਹੀ ਕਾਲਸ ਇਟ ਗਲੋਬਲਾਈਜੇਸ਼ਨ ਤਾਂ ਇਸ ਨੂੰ ਉਸਨੇ ਕੀ ਕਿਹਾ ਹੈ ਗਲੋਬਲਾਈਜੇਸ਼ਨ ਠੀਕ ਆ ਇਸ ਨੂੰ ਕੀ ਕਿਹਾ ਜਾਂਦਾ ਹੈ ਗਲੋਬਲਾਈਜੇਸ਼ਨ ਵਿਸ਼ਵ ਵਿਆਪੀਕਰਨ ਬਟ ਗਲੋਬਲਾਈਜੇਸ਼ਨ ਹੈਜ਼ ਇਟਸ ਡੇਂਜਰਸ ਐਜ਼ ਵੈਲ ਐਜ਼ ਐਡਵਾਂਟੇਜਸ ਤਾਂ ਰਾਈਟਰ ਨਾਲ ਦੀ ਨਾਲ ਕੀ ਕਹਿ ਰਿਹਾ ਹੈ ਕਿ ਗਲੋਬਲਾਈਜੇਸ਼ਨ ਦੇ ਕਈ ਕਹਿ ਸਕਦੇ ਸਾਨੂੰ ਖਤਰੇ ਵੀ ਹੈਗੇ ਆ ਅਤੇ ਉਹਦੇ ਸਾਨੂੰ ਲਾਭ ਵੀ ਹੈਗੇ ਆ ਇਟ ਹੈਜ਼ ਲੈਡ ਟੂ ਇਨਕਰੀਜ਼ ਇਨ ਟੈਰਰਿਜ਼ਮ ਕ੍ਰਾਈਮ ਐਂਡ ਸਮਗਲਿੰਗ ਠੀਕ ਆ ਇਹਦੇ ਨਾਲ ਸਾਨੂੰ ਕੀ ਆ ਕਿਹੜੇ ਖਤਰੇ ਹੋ ਸਕਦੇ ਆ ਕੀ ਵੱਧ ਰਿਹਾ ਟੈਰਰਿਜ਼ਮ ਵੱਧ ਰਿਹਾ ਹੈਗਾ ਕ੍ਰਾਈਮ ਵੱਧ ਰਿਹਾ ਹੈਗਾ ਅਤੇ ਸਮਗਲਿੰਗ ਵੱਧ ਰਹੀ ਆ ਨਾਓ ਵੈਪਨ ਐਂਡ ਡਰੱਗਸ ਮੂਵ ਫਾਸਟਰ ਐਂਡ ਇਨ ਗ੍ਰੇਟਰ ਨੰਬਰਸ ਫਰੋਮ ਵਨ ਕੰਟਰੀ ਟੂ ਦਾ ਅਦਰ ਕਹਿੰਦੇ ਹੁਣ ਕੀ ਆ ਵੈਪਨ ਹਥਿਆਰ ਆ ਜਾਂ ਡਰੱਗਸ ਆ ਜਿਹੜੇ ਉਹਨਾਂ ਦੀ ਸਪਲਾਈ ਹੈ ਜਿਹੜੀ ਬਹੁਤ ਜ਼ਿਆਦਾ ਫਾਸਟਰ ਹੋ ਰਹੀ ਆ ਬਹੁਤ ਜ਼ਿਆਦਾ ਗ੍ਰੇਟਰ ਨੰਬਰ ਦੇ ਵਿੱਚ ਕਹਿੰਦੇ ਇੱਕ ਕੰਟਰੀ ਤੋਂ ਦੂਜੇ ਕੰਟਰੀ ਦੇ ਵਿੱਚ ਇਹ ਭੇਜੇ ਜਾ ਰਹੇ ਆ ਪੀਪਲ ਫੀਲ ਥ੍ਰੈਟਨਡ ਬਾਈ ਦ ਇਵੈਂਟਸ ਟੇਕਿੰਗ ਪਲੇਸ ਈਵਨ ਇਨ ਫਾਰ ਅਵੇ ਕੰਟਰੀਜ਼ ਕਹਿੰਦੇ ਲੋਕ ਆ ਜਿਹੜੇ ਇਸ ਡਰ ਦੇ ਵਿੱਚ ਜੀ ਰਹੇ ਆ ਕਿ ਮਤਲਬ ਜੋ ਅੱਜ ਕੱਲ੍ਹ ਜਿਹੜੇ ਹਥਿਆਰ ਆ ਚਾਹੇ ਉਹਨਾਂ ਤੋਂ ਦੂਰ ਵੀ ਆ ਪਰ ਕਹਿੰਦੇ ਉਹ ਇਸ ਡਰ ਦੇ ਵਿੱਚ ਜੀ ਰਹੇ ਆ ਕਿ ਕਿਤੇ ਨਾ ਕਿਤੇ ਉਹ ਜਿਹੜੇ ਹਥਿਆਰ ਆ ਉਹਨਾਂ ਦਾ ਇਸਤੇਮਾਲ ਆ ਜਿਹੜਾ ਬਹੁਤ ਜ਼ਿਆਦਾ ਰੂਪ ਵਿੱਚ ਹੋਏਗਾ ਮਤਲਬ ਕੀ ਆ ਕੋਈ ਨਾ ਕੋਈ ਜਿਹੜੀ ਲੜਾਈ ਆ ਉਹ ਜ਼ਰੂਰ ਹੋਏਗੀ ਬਟ ਗਲੋਬਲਾਈਜੇਸ਼ਨ ਹੈਜ਼ ਅ ਨੰਬਰ ਆਫ ਐਡਵਾਂਟੇਜਸ ਆਲਸੋ ਪਰ ਗਲੋਬਲਾਈਜੇਸ਼ਨ ਦੇ ਕਈ ਜ਼ਿਆਦਾ ਲਾਭ ਵੀ ਹਨ ਦੇਅਰ ਇਜ਼ ਅ ਫਾਸਟਰ ਗਰੋਥ ਇਨ ਦਾ ਵਰਲਡ ਸੰਸਾਰ ਦੇ ਵਿੱਚ ਕਾਫੀ ਅੱਛੀ ਗਰੋਥ ਆ ਜਿਹੜੀ ਉਹ ਹੋਈ ਆ ਸਟੈਂਡਰਡ ਆਫ ਲਿਵਿੰਗ ਹੈਜ਼ ਰਾਈਜ਼ਨ ਜ਼ਿੰਦਗੀ ਦਾ ਜਿਹੜਾ ਰਹਿਣ ਸਹਿਣ ਆ ਉਹ ਕਾਫੀ ਉੱਚਾ ਹੋ ਗਿਆ ਉਹਦਾ ਪੱਧਰ there are new opportunities not only for people but also for better understanding between the nation and the faster common action ਕਹਿੰਦੇ ਜਿਹੜੀਆਂ ਨਵੇਂ ਮੌਕੇ ਮਿਲ ਰਹੇ ਹੈ ਸਿਰਫ ਲੋਕਾਂ ਨੂੰ ਹੀ ਨਹੀਂ ਸਗੋਂ ਬਹੁਤ ਅੱਛੀ ਅੰਡਰਸਟੈਂਡਿੰਗ ਮੇਨਟੇਨ ਕਰਨੀ ਨੇਸ਼ਨ ਅਤੇ ਜਿਹੜੇ ਸਾਡੇ ਕਾਮਨ ਸਾਂਝੇ ਜਿਹੜੇ ਸਾਡੇ ਕੰਮ ਆ ਉਹਨਾਂ ਦੇ ਲਈ however the major problem is that these opportunities
ਆਰ ਨਾਟ ਇਕੁਅਲੀ ਡਿਸਟ੍ਰੀਬਿਊਟਿਡ। ਜਿਹੜੇ ਮੌਕੇ ਆ ਕਹਿ ਸਕਦੇ ਹਾਂ, ਜਾਂ ਜਿਹੜੇ ਕਹਿ ਸਕਦੇ ਹਾਂਗੇ ਵੀ ਜੋ ਨੌਕਰੀਆਂ ਹੈਗੀਆਂ, ਜੋ ਜੋਬਸ ਮਿਲ ਰਹੀਆਂ, ਉਹ ਇਕੁਅਲੀ ਡਿਸਟ੍ਰੀਬਿਊਟ ਨਹੀਂ ਕਰੀਆਂ ਜਾ ਰਹੀਆਂ। ਇਹ ਸਭ ਤੋਂ ਵੱਡੀ ਪ੍ਰੋਬਲਮ ਫੇਸ ਕੀਤੀ ਜਾ ਰਹੀ ਆ। Globalization can be successful only when countries know how to govern better so that the poverty of masses is removed। ਕਹਿੰਦੇ ਗਲੋਬਲਾਈਜੇਸ਼ਨ ਆ ਤਾਂ ਹੀ ਸਕਸੈਸਫੁਲ ਹੋ ਸਕਦੀ ਆ ਅਗਰ ਕੰਟਰੀਜ਼ ਆ ਜਿਹੜੇ ਇਹ ਮਤਲਬ ਜਾਣ ਲੈਣ ਕਿ ਕਿਸ ਤਰ੍ਹਾਂ ਮਤਲਬ ਗਵਰਨ ਕੀਤਾ ਜਾ ਸਕਦਾ ਹੈਗਾ, ਸਰਕਾਰ ਕਿਸ ਤਰ੍ਹਾਂ ਚਲਾਈ ਜਾ ਸਕਦੀ ਆ ਸਹੀ ਰੂਪ ਦੇ ਵਿੱਚ, ਤਾਂ ਕਿ ਜਿਹੜੀ ਪਾਵਰਟੀ ਆ, ਗਰੀਬੀ ਆ, ਉਸ ਨੂੰ ਬਿਲਕੁਲ ਰਿਮੂਵ ਕੀਤਾ ਜਾਵੇ ਲੋਕਾਂ ਦੇ ਵਿੱਚੋਂ। ਕੋਫੀ ਅਨਨ ਗਰੁੱਪਸ ਦਾ ਗਲੋਬਲ ਇਸ਼ੂਜ਼ ਅੰਡਰ ਦਾ 3 ਹੈਡਿੰਗ। ਕੋਫੀ ਅਨਨ ਨੇ ਕਹਿੰਦੇ ਜਿਹੜੇ ਗਲੋਬਲ ਇਸ਼ੂ ਆ 3 ਰੂਪ ਦੇ ਵਿੱਚ ਉਹਨਾਂ ਨੂੰ ਆਧਾਰਿਤ ਕੀਤਾ ਹੈ। ਫਰੀडम ਫਰੋਮ ਪਾਵਰਟੀ, ਠੀਕ ਹੈ, ਆਜ਼ਾਦੀ ਕਿਤੋਂ, ਪਾਵਰਟੀ ਗਰੀਬੀ ਤੋਂ। ਫਰੀडम ਫਰੋਮ ਦਾ ਫੀਅਰ ਆਫ ਵਾਰ, ਲੜਾਈ ਜਾਂ ਯੁੱਧ ਦੇ ਡਰ ਤੋਂ ਆਜ਼ਾਦੀ। ਫਰੀडम ਫॉर ਦਾ ਫਿਊਚਰ ਜਨਰੇਸ਼ਨ ਟੂ ਸਰਵਾਈਵ ਔਨ ਦਾ ਪਲੈਨਟ। ਫਰੀडम ਆ ਜਿਹੜੀ ਆਜ਼ਾਦੀ ਆ ਉਹ ਸਾਡੀ ਆਉਣ ਵਾਲੀ ਜਨਰੇਸ਼ਨ, ਤਾਂ ਕਿ ਉਹ ਇਸ ਧਰਤੀ ਦੇ ਉੱਪਰ ਆਪਣੀ ਜ਼ਿੰਦਗੀ ਹੈ ਜਿਹੜੀ ਸਹੀ ਰੂਪ ਦੇ ਵਿੱਚ ਗੁਜ਼ਾਰ ਸਕਣ, ਉਸ ਦੇ ਲਈ ਆਜ਼ਾਦੀ। ਐਟ ਦਾ ਪ੍ਰੈਜ਼ੈਂਟ ਅ ਗ੍ਰੇਟ ਮੈਨੀ ਪੀਪਲ ਇਨ ਦਾ ਵਰਲਡ ਆਰ ਵੈਰੀ ਪੂਅਰ। ਕਹਿੰਦੇ ਪ੍ਰੈਜ਼ੈਂਟ ਟਾਈਮ ਦੇ ਵਿੱਚ ਬਹੁਤ ਹੀ ਵੱਡੀ ਕਗਾਰ ਦੇ ਰੂਪ ਵਿੱਚ ਲੋਕ ਆ ਜਿਹੜੇ ਉਹ ਗਰੀਬ ਆ। ਮੋਰ ਦੈਨ ਬਿਲੀਅਨ ਆਫ ਪੀਪਲ ਡੂ ਨਾਟ ਗੈਟ 2 ਮੀਲਸ ਆ ਡੇ। ਕਹਿੰਦੇ 1 ਅਰਬ ਤੋਂ ਵੀ ਜ਼ਿਆਦਾ ਲੋਕ ਆ ਜਿਹੜੇ ਕਹਿੰਦੇ ਉਹਨਾਂ ਨੂੰ 2 ਟਾਈਮ ਦਾ ਅੱਛਾ ਭੋਜਨ ਆ ਉਹ ਨਹੀਂ ਮਿਲ ਸਕਦਾ। ਦੇ ਆਰ ਡਿਪਰਾਈਵਡ ਆਫ ਸੇਫ ਡਰਿੰਕਿੰਗ ਵਾਟਰ। ਉਹਨਾਂ ਨੂੰ ਕਹਿ ਸਕਦੇ ਹਾਂ ਵੀ ਸੁਰੱਖਿਅਤ ਪਾਣੀ ਆ, ਸਹੀ ਪਾਣੀ ਆ ਪੀਣ ਵਾਲਾ, ਉਹ ਵੀ ਨਹੀਂ ਮਿਲਦਾ, ਉਹ ਤੋਂ ਵੀ ਉਹ ਵਾਂਝੇ ਆ। ਅਬਾਊਟ ਹਾਫ ਆਫ ਦਾ ਹਿਊਮੈਨਿਟੀ ਲੈਕਸ ਅਡੈਕੁਏਟ ਸੈਨੀਟੇਸ਼ਨ। ਲਗਭਗ ਕਹਿ ਸਕਦੇ ਕਿ ਜਿਹੜੀ ਸਾਡੀ ਅੱਧੀ ਹਿਊਮੈਨਿਟੀ ਆ, ਅੱਧੀ ਮਾਨਵਤਾ ਹੈਗੀ ਆ, ਉਹ ਸਹੀ ਸਫਾਈ ਆ ਜਿਹੜੀ ਉਹਨਾਂ ਦੀ ਸਫਾਈ ਦੀ ਸੁਰੱਖਿਆ ਵੀ ਉਹ ਨਹੀਂ ਕੀਤੀ ਜਾ ਸਕਦੀ, ਮਤਲਬ ਸਫਾਈ ਵੀ ਉੱਥੇ ਨਹੀਂ ਹੈਗੀ। ਦਾ ਸੈਕਿੰਡ ਪ੍ਰੋਬਲਮ ਇਜ਼ ਦਾ ਫਰੀडम ਫਰੋਮ ਫੀਅਰ। ਸੈਕਿੰਡ ਪ੍ਰੋਬਲਮ ਕੀ ਆ? ਫਰੀडम ਆਜ਼ਾਦੀ ਹੋਣੀ ਚਾਹੀਦੀ ਆ ਡਰ ਤੋਂ। ਦੇਅਰ ਇਜ਼ ਅ ਫੀਅਰ ਆਫ ਵਾਰ ਇਨ ਪੀਪਲ। ਲੋਕਾਂ ਦੇ ਵਿੱਚ ਲੜਾਈ ਜਾਂ ਯੁੱਧ ਦਾ ਜਿਹੜਾ ਡਰ ਆ ਹਮੇਸ਼ਾ ਬਣਿਆ ਰਹਿੰਦਾ ਹੈ। ਇਨ ਦਾ ਲਾਸਟ ਡਿਕੇਡ more than 5 million people have died in the internal wars। ਕਹਿੰਦੇ ਪਿਛਲੇ ਦਹਾਕੇ ਦੇ ਵਿੱਚ 5 ਲੱਖ ਤੋਂ ਜ਼ਿਆਦਾ ਲੋਕ ਆ ਜਿਹੜੇ ਉਹ ਆਂਤਰਿਕ ਵਾਰ ਦੇ ਵਿੱਚ ਮਾਰੇ ਗਏ ਸਨ। ਗ੍ਰੇਟ ਨੰਬਰ ਆਫ ਪੀਪਲ ਹੈਵ ਬਿਕਮ ਹੋਮਲੈਸ। ਤਾਂ ਬਹੁਤ ਵੱਡੀ ਕਗਾਰ ਦੇ ਵਿੱਚ ਲੋਕ ਆ ਜਿਹੜੇ ਉਹ ਹੋਮਲੈਸ ਹੋ ਗਏ ਸਨ, ਬੇਘਰ ਹੋ ਗਏ ਸਨ। ਵੀ ਆਰ ਸਟਿਲ ਅੰਡਰ ਦਾ ਸ਼ੈਡੋ ਆਫ ਵੈਪਨ ਆਫ ਮਾਸ ਡਿਸਟਰਕਸ਼ਨ। ਕਹਿੰਦੇ ਅਸੀਂ ਹਜੇ ਵੀ ਹਥਿਆਰਾਂ ਦੇ ਪਰਛਾਵੇਂ ਦੇ ਵਿੱਚ ਜਿਉਂ ਰਹੇ ਹਾਂ, ਬਹੁਤ ਵੱਡੀ ਜਿਹੜੀ ਤਬਾਹੀ ਦਾ ਕਾਰਨ ਜੋ ਕਿ ਬਣ ਸਕਦੇ ਆ। ਅਕੋਰਡਿੰਗ ਟੂ ਕੋਫੀ ਅਨਨ ਮੋਸਟ ਆਫ ਦਾ ਇਨਰ ਕਨਫਲਿਕਟਸ ਅਪੀਅਰ ਇਨ ਦਾ ਪੂਅਰ ਕੰਟਰੀਜ਼। ਕੋਫੀ ਅਨਨ ਦੇ ਅਕੋਰਡਿੰਗ ਜਿਹੜੇ ਪੂਅਰ ਕੰਟਰੀ ਆ ਉਹਨਾਂ ਦੇ ਵਿੱਚ ਨਵੇਂ ਵਿਵਾਦ ਆ ਜਿਹੜੇ ਅੰਦਰੂਨੀ ਨਵੇਂ ਜਿਹੜੇ ਵਿਵਾਦ ਆ ਉਹ ਪੈਦਾ ਹੋ ਰਹੇ ਆ। ਥੀਸ ਕੰਟਰੀਜ਼ ਆਰ ਬੈਡਲੀ ਗਵਰਨਡ। ਇਹਨਾਂ ਕੰਟਰੀਜ਼ ਆ ਜਿਹੜੇ ਇਹ ਦੇਸ਼ ਆ, ਇਹਨਾਂ 'ਤੇ ਜਿਹੜੀ ਸਰਕਾਰ ਆ ਉਹ ਬਹੁਤ ਹੀ ਮਤਲਬ ਬੁਰੀ ਤਰ੍ਹਾਂ ਉਹਨਾਂ ਨੂੰ ਗਵਰਨ ਕੀਤਾ ਜਾਂਦਾ ਹੈ। ਵੀ ਮੋਰ ਓਵਰ ਪਾਵਰ ਐਂਡ ਦਾ ਵੈਲਥ ਆਰ ਅਨਇਕੁਅਲੀ ਡਿਸਟਰੀਬਿਊਟਡ ਇਨ ਥੀਸ ਕੰਟਰੀਜ਼। ਇਹਨਾਂ ਦੇ ਵਿੱਚ ਜਿਹੜੀ ਸ਼ਕਤੀ ਆ ਜਾਂ ਜੋ ਵੀ ਧਨ ਹੈਗਾ ਉਸ ਨੂੰ ਇਕੁਅਲੀ ਰੂਪ ਵਿੱਚ ਡਿਸਟਰੀਬਿਊਟ ਨਹੀਂ ਕੀਤਾ ਜਾਂਦਾ ਹੈ। ਦਾ ਬੈਸਟ ਵੇ ਟੂ ਪ੍ਰੀਵੈਂਟ ਕਨਫਲਿਕਟ ਇਜ਼ ਹੈਵ ਅ ਪੋਲੀਟੀਕਲ ਅਰੇਂਜਮੈਂਟ ਇਨ ਵਿਚ ਰਾਈਟਸ ਆਫ ਆਲ ਗਰੁੱਪਸ ਆਫ ਦਾ ਪੀਪਲ ਆਰ ਪ੍ਰੋਟੈਕਟਡ। ਬੈਸਟ ਵੇ ਕੀ ਆ ਕਹਿੰਦੇ ਇਸ ਵਿੱਚ ਕਿ ਇਹਨਾਂ ਕਨਫਲਿਕਟ ਨੂੰ ਸਹੀ ਕਰਨ ਦਾ, ਕਿ ਜਿਹੜੇ ਸਾਰੇ ਅਧਿਕਾਰ ਆ ਉਹਨਾਂ ਨੂੰ ਇਕੁਅਲੀ ਡਿਸਟਰੀਬਿਊਟ ਕੀਤਾ ਜਾਵੇ, ਸਾਰਿਆਂ ਨੂੰ ਇਕੁਅਲੀ ਅਧਿਕਾਰ ਦਿੱਤੇ ਜਾਣ। The third fundamental freedom is the freedom of future generation to sustain their lives। ਜਿਹੜੀ ਥਰਡ ਫੰਡਾਮੈਂਟਲ ਫਰੀडम ਆ ਉਹ ਕੀ ਆ ਕਿ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਆ ਉਹ ਆਪਣੀ ਕਹਿ ਸਕਦੇ ਹਾਂ ਜ਼ਿੰਦਗੀ ਆ ਉਸ ਨੂੰ ਸਹੀ ਰੂਪ ਦੇ ਵਿੱਚ ਗੁਜ਼ਾਰ ਸਕਣ, ਸਰਵਾਈਵ ਕਰ ਸਕਣ, ਜਿਉ ਸਕਣ। ਅਕੋਰਡਿੰਗ ਟੂ
Coffee Anand, we are plundering our children's heritage to pay for our present practices. ਕਹਿੰਦੇ ਅਸੀਂ ਆਪਣੇ ਅੱਜ ਨੂੰ ਸੁਧਾਰਨ ਦੇ ਲਈ, ਅੱਜ ਦੇ ਕੰਮਾਂ ਦੇ ਅਕੋਰਡਿੰਗ ਸਾਡੇ ਆਉਣ ਵਾਲੀ ਜਨਰੇਸ਼ਨ ਆ ਉਸ ਦੀ ਵਿਰਾਸਤ ਨੂੰ ਬਿਲਕੁਲ ਖਰਾਬ ਕਰ ਰਹੇ ਹਾਂ, ਵਿਗਾੜ ਰਹੇ ਹਾਂ। We must preserve our forest, fishes and the diversity of the living species. ਕਹਿੰਦੇ ਸਾਨੂੰ ਕੀ ਆ, ਆਪਣੇ ਫੋਰੈਸਟ ਆ ਜਾਂ ਮੱਛੀ ਪਾਲਣ ਦੇ ਜੋ ਵੀ ਧੰਦੇ ਹੈਗੇ ਆ ਜਾਂ ਪ੍ਰਜਾਤੀਆਂ ਜਿਹੜੀਆਂ ਨਵੀਆਂ ਹੈਗੀਆਂ ਉਹਨਾਂ ਦੀ ਵਿਭਿੰਨਤਾ ਉਸ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ। These are close to collapsing under the pressure of human consumption and destruction. ਕਹਿੰਦੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਬਿਲਕੁਲ ਖ਼ਤਮ ਹੋਣ ਦੀ ਕਗਾਰ 'ਤੇ ਹੈਗੀਆਂ ਏ, ਬਿਲਕੁਲ ਮਤਲਬ ਖ਼ਤਮ ਹੋਣ ਵਾਲੀਆਂ, ਵਿਨਾਸ਼ ਦੇ ਵੱਲ ਚੱਲੀਆਂ ਜਾ ਰਹੀਆਂ ਹਨ ਹਿਊਮਨ ਬੀਇੰਗ ਦੇ ਕਰਕੇ। ਇਨ ਸ਼ਾਰਟ ਵੀ ਨੀਡ ਅ ਨਿਊ ਕਾਈਂਡ ਆਫ ਲੀਡਰਸ਼ਿਪ। ਸੰਖੇਪ ਦੇ ਵਿੱਚ ਉਹ ਕੀ ਕਹਿ ਰਿਹਾ ਹੈ ਕਿ ਸਾਨੂੰ ਇੱਕ ਨਵੀਂ ਲੀਡਰਸ਼ਿਪ, ਅੱਛੀ ਲੀਡਰਸ਼ਿਪ ਦੀ ਜ਼ਰੂਰਤ ਆ। ਵੀ ਨੀਡ ਅ ਮੱਚ ਬੈਟਰ ਇਨਫੋਰਮਡ ਪਬਲਿਕ। ਸਾਨੂੰ ਇੱਕ ਜਾਗਰੂਕ ਜਨਤਾ ਦੀ ਜ਼ਰੂਰਤ ਆ। ਵੀ ਨੀਡ ਟੂ ਗਿਵ ਅਟੈਂਸ਼ਨ ਟੂ ਦਾ ਪ੍ਰਜ਼ਰਵੇਸ਼ਨ ਆਫ ਆਵਰ ਇਨਵਾਇਰਮੈਂਟ। ਕਹਿੰਦੇ ਸਾਨੂੰ ਅਟੈਂਸ਼ਨ ਦੇਣੀ ਚਾਹੀਦੀ ਹੈ, ਧਿਆਨ ਦੇਣਾ ਚਾਹੀਦਾ ਹੈਗਾ ਸਾਡੇ ਇਨਵਾਇਰਮੈਂਟ ਨੂੰ ਪ੍ਰੀਵੈਂਟ ਕਰਨ ਦੇ ਲਈ, ਉਸ ਦੀ ਸੁਰੱਖਿਆ ਕਰਨ ਦੇ ਲਈ। ਵੀ ਮਸਟ ਚੈੱਕ ਦਾ ਪੋਲਿਊਸ਼ਨ ਐਂਡ ਇਨਕਰੇਜ ਦਾ ਇਨਵਾਇਰਮੈਂਟ ਫਰੈਂਡਲੀ ਮੈਜ਼ਰ। ਕਹਿੰਦੇ ਸਾਨੂੰ ਜਿਹੜਾ ਪੋਲਿਊਸ਼ਨ ਉਹਨੂੰ ਕੰਟਰੋਲ ਕਰਨਾ ਚਾਹੀਦਾ ਹੈ ਅਤੇ ਇਨਵਾਇਰਮੈਂਟ ਦੇ ਨਾਲ ਆਪਣਾ ਕਹਿ ਸਕਦੇ ਹਾਂ ਵੀ ਇਨਵਾਇਰਮੈਂਟ ਦੇ ਪ੍ਰਤੀ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ, ਉਹਦੀ ਮੇਜਰਮੈਂਟ ਦੇ ਪ੍ਰਤੀ ਉਹਨੂੰ ਨਾਪਣਾ ਚਾਹੀਦਾ ਹੈ ਕਿ ਪੋਲਿਊਸ਼ਨ ਕਿੰਨਾ ਫੈਲ ਰਿਹਾ ਹੈ। ਵੀ ਮਸਟ ਰਿਮੈਂਬਰ ਦੈਟ ਦਾ ਅਰਥ ਇਜ਼ ਨਾਟ ਆਰਸ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਧਰਤੀ ਹੈ ਜਿਹੜੀ ਉਹ ਸਾਡੀ ਨਹੀਂ ਹੈ। ਇਟ ਇਜ਼ ਅ ਟ੍ਰੈਜ਼ਰ ਵੀ ਹੋਲਡ ਇਨ ਟਰਸਟ ਫॉर ਆਵਰ ਡਿਸੈਂਡੈਂਟਸ। ਇਹ ਤਾਂ ਉਹ ਇੱਕ ਖਜ਼ਾਨਾ ਹੈ ਜਿਸ 'ਤੇ ਅਸੀਂ ਇੱਕ ਸਾਡਾ ਮਤਲਬ ਵਿਸ਼ਵਾਸ ਹੈ ਜੋ ਕਿ ਸਾਡੇ ਆਉਣ ਵਾਲੇ ਵੰਸ਼ ਆ ਉਹਨਾਂ ਦੇ ਲਈ ਸੁਰੱਖਿਅਤ ਹਨ। Kofi Annan says that UNO has significant role to play in shaping of the future of this planet. ਤਾਂ ਕੋਫੀ ਅਨਨ ਕੀ ਕਹਿ ਰਿਹਾ ਹੈ ਕਿ ਸੰਯੁਕਤ ਰਾਸ਼ਟਰ ਸੰਘ UNO, ਸੰਯੁਕਤ ਰਾਸ਼ਟਰ ਸੰਘ ਆ ਜਿਹੜਾ, ਉਸ ਨੇ ਧਰਤੀ ਦੇ ਨੂੰ ਉਸ ਦੇ ਫਿਊਚਰ ਦੇ ਅਕੋਰਡਿੰਗ ਸ਼ੇਪ ਦੇਣ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਦਾ ਹੈ। ਇਟ ਸ਼ੁੱਡ ਐਫੀਸ਼ੈਂਟਲੀ ਹੈਂਡਲ ਦਾ ਪ੍ਰੋਬਲਮਸ ਐਂਡ ਟਾਸਕ ਵਿਚ ਅਫੈਕਟ ਦਾ ਐਵਰੀਬਡੀ ਲਾਈਵਸ ਆਫ ਪੀਪਲ। ਤਾਂ ਉਹ ਕੀ ਕਹਿ ਰਿਹਾ ਹੈ ਕਿ ਇਸ ਨੂੰ ਜੋ ਵੀ ਪ੍ਰੋਬਲਮਸ ਆ, ਜੋ ਵੀ ਕੰਮ ਆ ਅੱਗੇ ਜਿਹੜੇ ਕਿ ਹਰ ਇੱਕ ਦੀ ਲਾਈਫ ਨੂੰ ਹਰ ਇੱਕ ਲੋਕਾਂ ਦੀ ਲਾਈਫ ਨੂੰ ਪ੍ਰਭਾਵਿਤ ਕਰਦੇ ਆ, ਉਹਨਾਂ ਨੂੰ ਪੂਰੀ ਕੁਸ਼ਲਤਾਪੂਰਵਕ ਹੈਂਡਲ ਕਰਨਾ ਚਾਹੀਦਾ ਹੈ। ਦਾ UNO ਇਜ਼ ਦਾ ਸਰਵਿਸ ਆਫ ਪੀਪਲ ਆਫ ਦਾ ਵਰਲਡ। ਜਿਹੜਾ UNO ਆ, ਸੰਯੁਕਤ ਰਾਸ਼ਟਰ ਸੰਘ ਆ, ਉਹ ਹਮੇਸ਼ਾ ਲੋਕਾਂ ਦੀ ਸਰਵਿਸ ਦੇ ਵਿੱਚ ਹਾਜ਼ਰ ਆ। ਇਟ ਮਸਟ ਵਰਕ ਫॉर देयर ਵੈਲਫੇਅਰ। ਤਾਂ ਇਸ ਨੂੰ ਲੋਕਾਂ ਦੀ ਭਲਾਈ ਦੇ ਲਈ ਕੰਮ ਜ਼ਰੂਰ ਕਰਨਾ ਚਾਹੀਦਾ ਹੈ। ਸੋ ਸਟੂਡੈਂਟ, ਇਹ ਸੀਗਾ ਸਾਡਾ 6th ਚੈਪਟਰ। ਆਈ ਹੋਪ ਕਿ ਬਿਲਕੁਲ ਤੁਹਾਨੂੰ ਕਲੀਅਰ ਹੋ ਗਈ ਹੋਵੇਗੀ ਇਹਦੀ ਸਮਰੀ। So thank you very much.